Audio Jungle. Audio Jungle. ਸਤਿ ਸ਼੍ਰੀ ਅਕਾਲ, ਮੈਂ ਹਾਂ ਵਿਜੇ ਮੌਰਿਆ ਤੇ ਤੁਸੀਂ ਦੇਖ ਰਹੇ ਹੋ ਮੁੱਦਾ ਪੰਜਾਬ। ਮੁੱਦੇ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਖਬਰਾਂ ਦੀਆਂ ਜਿਹੜੀ ਸਭ ਤੋਂ ਚਰਚਾ ਦੇ ਵਿੱਚ ਖਬਰਾਂ ਰਹੀਆਂ। ਸਭ ਤੋਂ ਵੱਡੀ ਖਬਰਾਂ ਜਿਹੜੀ ਗੱਲ ਕਰਾਂਗੇ ਆਪਾਂ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੀ ਫਿਰ ਇੱਕ ਵਾਰ ਖਿਚਾਈ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਐਸਟੀਐਫ ਦੀ ਰਿਪੋਰਟ ਜਨਤਕ ਨਹੀਂ ਕੀਤੀ ਤਾਂ ਉਹ ਆਮਰਨ ਅਨਸ਼ਨ ਤੇ ਬੈਠ ਜਾਣਗੇ। ਔਰ ਦੂਜੀ ਖਬਰ ਦੀ ਵੱਡੀ ਗੱਲ ਕਰਦੇ ਹਾਂ ਕਿਸਾਨਾਂ ਦੀ। ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ 29 ਨਵੰਬਰ ਨੂੰ ਸੰਸਦ ਦੇ ਅੱਗੇ ਇੱਕ ਰੈਲੀ ਕੱਢਣਗੇ ਔਰ ਉਸ ਰੈਲੀ ਦੇ ਵਿੱਚ ਉਹ ਮੰਗ ਕਰਨਗੇ ਕਿ ਦੇਸ਼ ਦੇ ਵਿੱਚ ਐਮਐਸਪੀ ਕਾਨੂੰਨ ਜਿਹੜਾ ਹੈ ਉਹ ਪੱਕੇ ਤੌਰ ਤੇ ਲਾਗੂ ਕੀਤਾ ਜਾਵੇ। ਔਰ ਤੀਸਰੀ ਸਭ ਤੋਂ ਵੱਡੀ ਖਬਰ ਦੀ ਗੱਲ ਕਰਾਂਗੇ, ਪ੍ਰਧਾਨ ਮੰਤਰੀ ਮੋਦੀ ਨੇ ਯੂਪੀ ਦੇ ਗੌਤਮ ਬੁੱਧ ਨਗਰ ਜੇਵਰ ਦੇ ਵਿੱਚ 에ਅਰਪੋਰਟ ਨਿਰਮਾਣ ਦਾ ਭੂਮੀ ਪੂਜਨ ਕੀਤਾ ਹੈ। ਔਰ ਉਧਰ ਸਮਾਜਵਾਦੀ ਪਾਰਟੀ ਦੇ ਲੀਡਰ ਅਖਿਲੇਸ਼ ਯਾਦਵ ਨੇ ਬੀਜੇਪੀ ਦੀ ਖਿਚਾਈ ਵੀ ਕੀਤੀ ਹੈ ਲਖਨਊ ਦੇ ਵਿੱਚ ਇੱਕ ਵੱਡੀ ਰੈਲੀ ਕਰਕੇ। ਇਹਨਾਂ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ ਆਪਾਂ, ਇੱਕ ਇੱਕ ਕਰਕੇ ਅਸੀਂ ਗੱਲ ਤੇ ਸਾਰੀ ਖਬਰਾਂ ਰੱਖਾਂਗੇ। ਸਭ ਤੋਂ ਵੱਡੀ ਖਬਰ ਦੀ ਗੱਲ ਜਿਹੜੀ ਆਪਾਂ ਪਹਿਲਾਂ ਕੀਤੀ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਕ ਰੈਲੀ ਦੇ ਵਿੱਚ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ। ਖਾਸ ਤੌਰ ਤੇ ਚੰਨੀ ਸਾਹਿਬ ਦੀ ਤਰੀਕੇ ਨਾਲ ਕਹਿ ਸਕਦੇ ਆਪਾਂ ਕਿ ਉਹਨਾਂ ਨੇ ਕਿਹਾ ਹੈ ਕਿ ਐਸਟੀਐਫ ਦੀ ਰਿਪੋਰਟ ਅਗਰ ਜਨਤਕ ਨਾ ਕੀਤੀ ਗਈ ਤਾਂ ਉਹ ਆਮਰਨ ਅਨਸ਼ਨ ਤੇ ਬੈਠ ਜਾਣਗੇ, ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਇੱਕ ਤਰ੍ਹਾਂ ਦੀ ਹੋਏਗੀ। ਉਹ ਸਭ ਤੋਂ ਵੱਡਾ ਹੁਣ ਸਵਾਲ ਇਹ ਉੱਠਦਾ ਹੈ ਕਿ ਨਵਜੋਤ ਸਿੰਘ ਸਿੱਧੂ ਆਖਿਰਕਾਰ ਵਾਰ-ਵਾਰ ਸਵਾਲ ਸਰਕਾਰ ਤੇ ਕਿਉਂ ਕਰਦੇ ਆ ਔਰ ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਕਿਉਂ ਘੇਰਦੇ ਆ। ਤੋ ਇਹਦੇ ਪਿੱਛੇ ਇੱਕ ਸਭ ਤੋਂ ਵੱਡੀ ਵਜ੍ਹਾ ਇਹ ਲੱਗਦੀ ਕਿ ਪੰਜਾਬ ਦੇ ਜਿਹੜਾ ਨਸ਼ਿਆਂ ਦਾ ਮੁੱਦਾ ਸੀ 2017 ਦੀ ਵਿਧਾਨ ਸਭਾ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਸੀ। ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ, ਉਹਨਾਂ ਨੇ ਕਿਹਾ ਸੀ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਲੈ ਕੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਮੈਂ ਜਦੋਂ ਸੀਐਮ ਬਣ ਜਾਗਾ ਤਾਂ ਪੰਜਾਬ ਸਰਕਾਰ ਆਉਣ ਤੋਂ ਬਾਅਦ ਅਸੀਂ ਨਸ਼ੇ ਦਾ ਲੱਕ ਤੋੜ ਦਾਂਗੇ। ਲੇਕਿਨ ਨਸ਼ੇ ਜਿਹੜਾ ਸੀਗਾ ਕਾਰੋਬਾਰ ਉਹ ਬਿਲਕੁਲ ਖਤਮ ਨਹੀਂ ਹੋ ਪਾਇਆ। ਹਜੇ ਵੀ ਕਈ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਦੇ ਕਾਰੋਬਾਰੀ ਨੇ ਉਹ ਆਪਣਾ ਕੰਮ ਕਰ ਰਹੇ ਹੈ ਔਰ ਕਈ ਜਿਹੜੇ ਹੋਰ ਵੱਡੀਆਂ ਮਗਰਮੱਛ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਹਜੇ ਤੱਕ ਵੀ ਜੇਲ੍ਹਾਂ ਦੇ ਅੰਦਰ ਨਹੀਂ ਹੋ ਪਏ ਹੈ। ਇਸ ਕਰਕੇ ਪੰਜਾਬ ਦੀ ਨਸ਼ੇ ਦੇ ਵਿੱਚ ਜਿਹੜੀ ਸਾਡੀ ਜਵਾਨੀ ਹੈ, ਪੰਜਾਬ ਦੇ ਮੁੰਡੇ ਉਹ ਨਸ਼ਿਆਂ 'ਚ ਬਰਬਾਦ ਹੋ ਰਹੇ ਹੈ। ਕਈ ਮੌਤਾਂ ਹੋ ਚੁੱਕੀਆਂ, ਪੰਜਾਬ ਦੇ ਲੋਕ ਬਹੁਤ ਦੁਖੀ ਨੇ। ਔਰ ਇਸ ਕਰਕੇ ਜਿਹੜੇ ਸਿੱਧੂ ਨੇ ਬਾਰ-ਬਾਰ ਇਹ ਸਵਾਲ ਚੱਕਦੇ ਨੇ ਕਿ ਜਿਹੜੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਨੇ ਆਖਿਰਕਾਰ ਉਹ ਜੇਲ੍ਹਾਂ ਦੇ ਪਿੱਛੇ ਕਿਉਂ ਨਹੀਂ ਜਾ ਰਹੇ, ਕਿਉਂਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਮੁੱਖ ਮੰਤਰੀ ਭਾਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਨਹੀਂ ਹੈਗੇ, ਲੇਕਿਨ ਜਦੋਂ ਚੰਨੀ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਸਾਰੇ ਜਿਹੜੇ ਵੱਡੇ ਪੰਜਾਬ ਦੇ ਮੁੱਦੇ ਸੀ, ਖਾਸ ਤੌਰ ਤੇ ਰੇਤਾ ਸਸਤੀਕਰਨ ਦੀ ਗੱਲ ਹੈ, ਬਿਜਲੀ ਸਸਤੀਕਰਨ ਦੀ ਗੱਲ ਹੈ ਜਾਂ ਲੋਕਾਂ ਦੇ ਨੌਕਰੀ ਦੇਣ ਦੀ ਗੱਲ ਹੋਵੇ, ਔਰ ਜਿਹੜਾ ਚੌਥਾ ਸਭ ਤੋਂ ਵੱਡਾ ਮਸਲਾ ਸੀ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਜਿਹੜੇ ਸੀ ਆਰੋਪੀਆਂ ਦੀ ਗ੍ਰਿਫਤਾਰੀ, ਔਰ ਪੰਜਵਾਂ ਸਭ ਤੋਂ ਵੱਡਾ ਮੁੱਦਾ ਸੀਗਾ ਨਸ਼ੇ ਦੇ ਕਾਰੋਬਾਰ ਦੇ ਵਿੱਚ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਕਰਨਾ ਸੀਗਾ। ਤੇ ਇਹ ਹਜੇ ਤੱਕ ਨਹੀਂ ਹੋ ਪਾਇਆ ਔਰ 4.5 ਸਾਲ ਬੀਤ ਗਏ ਨੇ। ਇਹਦਾ ਮਾਮਲਾ ਕੋਰਟ 'ਚ ਵੀ ਚਲਾ ਗਿਆ ਸੀ, ਇਹਦੀ ਐਸਟੀਐਫ ਵੀ ਕਈ ਵਾਰੀ ਬਣਾਈ ਗਈ ਔਰ ਹੁਣ ਐਸਟੀਐਫ ਦੀ ਜਿਹੜੀ ਰਿਪੋਰਟ ਇੱਕ ਫਾਈਨਲ ਡਿਸੀਜਨ ਤੇ ਪਹੁੰਚੀ ਹੋਈ ਹੈ ਉਹ ਹਜੇ ਤੱਕ ਜਨਤਕ ਨਹੀਂ ਕੀਤੀ ਗਈ ਹੈ। ਔਰ ਕਿਤੇ ਨਾ ਕਿਤੇ ਇਹ ਆਰੋਪ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਜਾਣ-ਬੁੱਝ ਕੇ ਇਹਦੇ 'ਚ ਦੇਰੀ ਕਰ ਰਹੀ। ਉਸ ਦੀ ਕੀ ਵਜ੍ਹਾ ਇਹ ਤਾਂ ਸਰਕਾਰ ਹੀ ਦੱਸ ਸਕਦੀ, ਉਹਦੇ 'ਚ ਕੀ ਕਾਨੂੰਨ ਪਿੱਛੇ ਦਿਖਿਆ ਨੇ ਔਰ ਕਿਉਂ ਨਹੀਂ ਬਾਹਰ ਆ ਰਹੀ। ਇਹ ਤਾਂ ਕੁਝ ਮੁੱਦੇ ਜਿਹੜੇ ਹੈ ਉਹ ਸਰਕਾਰ ਔਰ ਚੰਨੀ ਸਾਹਿਬ ਹੀ ਜਵਾਬ ਦੇ ਸਕਦੇ, ਪਰ ਇਹਦੇ ਪਿੱਛੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਰਾਜਨੀਤੀ ਹੈਗੀ ਹੈ। ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਕਿਤੇ ਸਰਕਾਰ ਤੇ ਕੋਈ ਦਬਾਅ ਤਾਂ ਨਹੀਂ ਕਿ ਇਹ ਜਿਹੜੀ ਕਮੇਟੀ ਦੀ ਰਿਪੋਰਟ ਹੈ, ਐਸਟੀਐਫ ਦੀ ਰਿਪੋਰਟ ਜਾਣ-ਬੁੱਝ ਕੇ ਹਜੇ ਤੱਕ ਜਨਤਕ ਨਹੀਂ ਕੀਤੀ ਜਾ ਰਹੀ, ਕਿਉਂਕਿ ਹੋ ਸਕਦਾ ਹੈ ਕਿਉਂਕਿ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਬੜੇ ਵੱਡੇ ਨਾਮ ਨੇ ਔਰ ਕੁਝ ਪੋਲੀਟੀਸ਼ੀਅਨ ਦੇ ਵੀ ਨਾਮ ਨੇ ਔਰ ਉਸ ਪੋਲੀਟੀਸ਼ੀਅਨ ਕਰਕੇ ਹੀ ਤਾਂ ਨਹੀਂ ਕਿਤੇ ਇਹ ਐਸਟੀਐਫ ਦੀ ਜਿਹੜੀ ਰਿਪੋਰਟ ਹੈ ਉਹ ਜਨਤਕ ਨਹੀਂ ਕੀਤੀ ਜਾ ਰਹੀ। ਫਿਲਹਾਲ ਇਹਦਾ ਤਾਂ ਜਵਾਬ ਜਿਹੜਾ ਹੈ ਉਹ ਮੁੱਖ ਮੰਤਰੀ ਚੰਨੀ ਸਾਹਿਬ ਹੀ ਦੇਣਗੇ। ਪਰ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਸਰਕਾਰ ਦੀ ਜ਼ਰੂਰ ਜੰਮ ਕੇ ਖਿਚਾਈ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਦ ਤੱਕ ਇਹ ਰਿਪੋਰਟ ਨਹੀਂ ਜਨਤਾ ਦੇ ਸਾਹਮਣੇ ਕੀਤੀ ਜਾਂਦੀ ਤੇ ਨਹੀਂ ਤਾਂ ਉਹ ਅਮਰਨ ਅਨਸ਼ਨ ਤੇ ਬੈਠ ਜਾਣਗੇ। ਇਸ ਕਰਕੇ ਲੱਗਦਾ ਹੈ ਕਿ ਸਿੱਧੂ ਸਾਹਿਬ ਨਾਰਾਜ਼ ਨੇ ਔਰ ਚੋਣਾਂ ਆਉਣ ਵਾਲੀਆਂ 2022 ਦੀ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ
ਹੁਣ ਜ਼ਿਆਦਾ ਸਮਾਂ ਨਹੀਂ ਹੈ ਔਰ ਲੱਗਦਾ ਪਿਆ ਕਿ 15 ਤੋਂ ਲੈ ਕੇ 20 ਦਸੰਬਰ ਤੱਕ ਜਿਹੜਾ ਕਿ ਚੋਣ ਯਾਫਤਾ ਪੰਜਾਬ 'ਚ ਲੱਗ ਜਾਏਗੀ ਔਰ ਚੋਣ ਯਾਫਤਾ ਅਗਰ ਲੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਰਿਪੋਰਟ ਆਣਾ ਔਖਾ ਹੋ ਜਾਏਗਾ ਔਰ ਇਸ ਤੋਂ ਪਹਿਲਾਂ ਹੀ ਇਹ ਰਿਪੋਰਟ ਆ ਜਾਏ। ਇਸੇ ਕਰਕੇ ਨਵਜੋਤ ਸਿੰਘ ਸਿੱਧੂ ਜਿਹੜਾ ਕਿ ਇਸ ਰਿਪੋਰਟ ਨੂੰ ਜਨਤਕ ਕਰਨ ਦੀ ਦਬਾਅ ਬਣਾ ਰਿਹਾ ਹੈ ਔਰ ਕਿਤੇ ਨਾ ਕਿਤੇ ਉਹ ਇਹ ਵੀ ਕਹਿੰਦੇ ਨੇ ਕਿ ਜੇ ਅਸੀਂ ਇਹ ਮਸਲੇ ਜਿਹੜੇ ਵੱਡੇ ਮਸਲੇ ਇੱਕ ਦੋ ਰਹਿ ਗਏ ਹੋਰ ਜਿਹੜੇ ਕਿ ਬਹੁਤ ਜ਼ਰੂਰੀ ਸੀ, ਖਾਸ ਤੌਰ ਤੇ ਬੇਅਦਬੀ ਦੇ ਮਾਮਲੇ ਦੀ ਗੱਲ ਕਰੀਏ, ਨਸ਼ਿਆਂ ਦੀ ਰਿਪੋਰਟ ਦੀ ਗੱਲ ਕਰੀਏ, ਅਗਰ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਹੀਂ ਆਉਂਦਾ ਤੇ ਕਿਤੇ ਨਾ ਕਿਤੇ ਇਹ ਜਨਤਾ ਦਾ ਵਿਸ਼ਵਾਸ ਖੋਣ ਵਾਲੀ ਗੱਲ ਹੋਊਗੀ ਕਿਉਂਕਿ ਪੰਜਾਬ ਸਰਕਾਰ ਹੀ ਇਹਨਾਂ ਵਾਅਦਿਆਂ ਨੂੰ ਹੱਲ ਕਰਨ ਨੂੰ ਲੈ ਕੇ ਹੀ ਸਰਕਾਰ ਲੋਕਾਂ ਨੇ ਵੋਟਾਂ ਪਾਈਆਂ ਸੀ। ਸੋ ਸਿੱਧੂ ਸਾਹਿਬ ਕਿਤੇ ਨਾ ਕਿਤੇ ਠੀਕ ਨੇ, ਉਹ ਕਹਿਣਾ ਚਾਹੁੰਦੇ ਕਿ ਜੇ ਪੰਜਾਬ ਦੇ ਜਦੋਂ ਚੋਣਾਂ ਦੇ ਵਿੱਚ ਕਾਂਗਰਸ ਦੇ ਲੀਡਰ ਔਰ ਉਹ ਖੁਦ ਔਰ ਚੰਨੀ ਸਾਹਿਬ ਵੀ ਜਦੋਂ ਲੋਕਾਂ ਦੇ ਸਾਹਮਣੇ ਜਾਣਗੇ ਤਾਂ ਆਖਿਰਕਾਰ ਉਹ ਲੋਕਾਂ ਦੇ ਸਵਾਲਾਂ ਦਾ ਜਵਾਬ ਕਿਸ ਤਰ੍ਹਾਂ ਦੇਣਗੇ। ਸੋ ਇਹ ਖਿਚਾਈ ਜਿਹੜੀ ਹੈ ਇਹਨੂੰ ਨੈਗੇਟਿਵ ਨਾ ਲੈ ਕੇ ਕਿਤੇ ਕਿਤੇ ਆਪਾਂ ਪੋਜ਼ਿਟਿਵ ਵੀ ਕਹਿ ਸਕਦੇ ਹਾਂ। ਅਗਰ ਨੈਗੇਟਿਵ ਦੀ ਗੱਲ ਕਰੀਏ ਤਾਂ ਆਖਿਰਕਾਰ ਨਵਜੋਤ ਸਿੰਘ ਸਿੱਧੂ ਇਹਨਾਂ ਦੀ ਜਿਹੜੀ ਜੰਗ ਦੀ ਖਿਚਾਈ ਕਰਦੇ ਵਾਰ-ਵਾਰ ਉਹਦੇ ਪਿੱਛੇ ਕੀ ਰਾਜ਼ ਹੈ, ਕਿਉਂਕਿ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਇੱਕ ਫੈਕਟਰ ਇਹ ਵੀ ਕੰਮ ਕਰਦੇ ਕਿ ਨਵਜੋਤ ਸਿੰਘ ਸਿੱਧੂ ਬਾਰ-ਬਾਰ ਇਹ ਗੱਲਾਂ ਚੱਕ ਕੇ ਆਪਣੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਕਿਉਂ ਖੜਾ ਕਰਦੇ ਆ। ਉਹਨਾਂ ਦੇ ਕੋਈ ਅਨੁਸ਼ਾਸਨ ਤਬਕ ਜਿਹੜੀ ਕਹਿੰਦੇ ਕਿ ਡਿਸਪਲਿਨ ਨੂੰ ਲੈ ਕੇ ਤੋੜਨ ਨੂੰ ਲੈ ਕੇ ਕੋਈ ਕਾਰਵਾਈ ਵੀ ਹੋ ਸਕਦੀ ਹੈ। ਫਿਲਹਾਲ ਕਾਰਵਾਈ ਕਰਨਾ ਤਾਂ ਮੁਸ਼ਕਿਲ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਚੋਣਾਂ ਹੋਣ ਜਾ ਰਹੀਆਂ 2022 ਦੀ ਉਹਦੇ ਵਿੱਚ ਸਿੱਧੂ ਸਾਹਿਬ ਜਿਹੜੇ ਵੱਡੇ ਚਿਹਰੇ ਦੇ ਤੌਰ ਤੇ ਨੇ ਔਰ ਉਹਨਾਂ ਨੇ ਜਦੋਂ 2017 ਦੀ ਵਿਧਾਨ ਸਭਾ ਚੋਣਾਂ ਲੜੀਆਂ ਸੀਗੀਆਂ ਤਾਂ ਉਸ ਟਾਈਮ ਕਾਂਗਰਸ ਨੂੰ 20 ਤੋਂ ਲੈ ਕੇ 25 ਸੀਟਾਂ ਤੱਕ ਫਾਇਦੇ ਚ ਕਰਾਈਆਂ ਸੀ, ਭਾਵ ਕਿ ਜਿਤਾਈਆਂ ਸੀਗੀਆਂ। ਸੋ ਏਡੇ ਵੱਡੇ ਚਿਹਰੇ ਤੇ ਕਾਰਵਾਈ ਤਾਂ ਨਹੀਂ ਸੁਣਦੀ, ਲੇਕਿਨ ਇਹਦੇ ਚ ਇੱਕ ਸਫਾਈ ਤਾਂ ਜ਼ਰੂਰ ਆਉਂਦੀ ਹੈ ਕਿ ਆਖਿਰਕਾਰ ਉਹ ਜਿਹੜੇ ਮੁੱਦੇ ਚੱਕ ਰਹੇ ਉਹ ਸਹੀ ਨਹੀਂ ਕਿਉਂਕਿ ਜਨਤਾ ਦੇ ਵਿੱਚ ਇਹ ਵਾਅਦੇ ਕਰਕੇ ਹੀ ਚੰਨੀ ਸਰਕਾਰ ਹੋਵੇ ਹੁੰਦੀ ਜਾਂ ਕੈਪਟਨ ਸਾਹਿਬ ਜਦੋਂ ਆਏ ਸੀ ਤਦ ਹੀ ਸਰਕਾਰ ਆਈ ਸੀ। ਇਸ ਲਈ ਮੈਨੂੰ ਲੱਗਦਾ ਕਿ ਚੰਨੀ ਸਾਹਿਬ ਨੂੰ ਬਿਨਾਂ ਕੋਈ ਦੇਰੀ ਕੀਤੇ ਹੋਏ ਘੱਟੋ ਘੱਟ STF ਦੀ ਜਿਹੜੀ ਰਿਪੋਰਟ ਜਾਰੀ ਕਰਨੀ ਚਾਹੀਦੀ ਕਿਉਂਕਿ ਇਹ ਜਿਹੜਾ ਸਵਾਲ ਹੈ ਇਹ ਪੰਜਾਬ ਦੀ ਜਵਾਨੀ ਦਾ, ਪੰਜਾਬ ਦੇ ਵਿਕਾਸ ਨੂੰ ਲੈ ਕੇ ਹੈ ਕਿ ਸਾਡੇ ਜਿਹੜੇ ਮੁੰਡੇ ਆ ਅਗਰ ਉਹ ਨਸ਼ਿਆਂ 'ਚ ਰਹਿਣਗੇ ਬਿਮਾਰ ਵੀ ਹੋ ਸਕਦੇ ਹੈ, ਪਾਗਲਪਨ ਦਾ ਦੌਰਾ ਵੀ ਹੋ ਸਕਦਾ ਹੈ, ਹੋਰ ਕਈ ਐਸੀ ਪ੍ਰੋਬਲਮਸ ਵੀ ਸਰੀਰਕ ਤੌਰ ਤੇ ਹੋ ਜਾਂਦੀਆਂ ਜਿਹਦੇ ਕਰਕੇ ਸਾਡੀ ਜਵਾਨੀ ਪੰਜਾਬ ਦੇ ਮੁੰਡਿਆਂ ਦੀ ਜਵਾਨੀ ਬਰਬਾਦ ਹੋ ਸਕਦੀ ਹੈ। ਤਾਂ ਫਿਊਚਰ ਨੂੰ ਬਚਾਉਣ ਲਈ ਇਹ ਜਿਹੜਾ ਬਹੁਤ ਜ਼ਰੂਰੀ ਹੈ ਕਿ STF ਦੀ ਰਿਪੋਰਟ ਜਿਹੜੀ ਸਾਹਮਣੇ ਕੀਤੀ ਜਾਵੇ ਔਰ ਉਹਦੇ ਜਿਹੜੇ ਵੱਡੇ ਮਗਰਮੱਛ ਨੇ ਭਾਵ ਕਿ ਜਿਹੜੇ ਆਰੋਪੀ ਨੇ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ ਜਿਹਦੇ ਨਾਲ ਪੰਜਾਬ ਦੀ ਜਵਾਨੀ ਬਚਾ ਸਕੇ ਔਰ ਪੰਜਾਬ ਨੂੰ ਇਨਸਾਫ ਦਿਵਾਇਆ ਜਾ ਸਕੇ। ਸੋ ਸਿੱਧੂ ਸਾਹਿਬ ਦੀ ਗੱਲ ਕਿਤੇ ਨਾ ਕਿਤੇ ਇਹ ਜ਼ਰੂਰ ਜਿਹੜੀ ਚੰਨੀ ਸਾਹਿਬ ਦੇ ਕੋਲ ਜਾਂ ਕਾਂਗਰਸ ਦੇ ਲਈ ਜਾ ਰਹੀ ਹੈ, ਮੈਨੂੰ ਲੱਗਦਾ ਕਿ ਠੀਕ ਹੈ ਔਰ ਪੰਜਾਬ ਦਾ ਮਾਹੌਲ ਔਰ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਨਵਜੋਤ ਸਿੰਘ ਸਿੱਧੂ ਦਾ ਜੋ ਸਵਾਲ ਹੈ ਮੈਂ ਸਮਝਦਾ ਕਿ ਬਹੁਤ ਠੀਕ ਹੈ ਔਰ ਇਹਦੇ ਵਿੱਚ ਚੰਨੀ ਸਾਹਿਬ ਨੂੰ ਜਲਦ ਤੋਂ ਜਲਦ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਹੈ। दूसरी खबर जी सब तो बड़ी खबर है किसान रैली की है। 29 नवंबर को किसानों ने संसद के बाहर एक ट्रैक्टर रैली कढ़न का ऐलान कर दिता है और बड़े तौर पर जोड़े किसान ने पंजाब तो और होर जगह तो ट्रैक्टर लैके उत्थे पहुँचणगे और उस तो बाद उत्थे एक रैली भी कढ़णगे। रैली शांतिमय तरीके नाल होएगी और किते न किते इसकी जिहड़ी किसानों ने जिहड़ी मांग की है इस रैली के जरिए कि जिहड़ा 3 खेती कानून जिहड़े कि केंद्र सरकार ने रद्द करने की गल कर दी है पर हजे तक उन्होंने संसद से पास नहीं किया गया। हालांकि जिहड़ी सी केंद्र की कैबिनेट से उन्हें मोहर ला दी गई है और जिहड़ा संसद का सैशन 29 नवंबर नहीं शुरू हो रहा है हो सकता है कि उसी दिन इस कानून संसद में बिल में लिया जाए और इन्होंने वापस करने का पूरा जो है मोहर ला दी जाए। फिलहाल ये टैक्नीकल चीज़ा ने इनू 1-2 दिन का टाइम लग सकता है पर किसानों ने जिहड़ा सीगा बिल रद्द करने की मांग तो इलावा जिहड़ा MSP भाव की जिहड़ा कणक और झोने की समर्थन मूल्य हुंदा उसनूं दी पक्के तौर पर गारंटी तौर पर MSP लागू करने नूं लैके उहदा बिल लियाउण दे लई स्पैशल मांग की है ताकि जिहड़ा MSP है ये पक्के तौर पर देश 'च लागू हो जाए और बार बार कोई भी सरकार आवे वो इनू घटा ना सके। भाव कि जिहड़ा भी मिनिमम सपोर्ट प्राइस है चाहे भावें वो कणक है भावें झोना है वह एक फिक्स प्राइस कर दिता जाता है भाव कि उस तो नीचे ना आए। मान लो 2000 रुपये पर कुंटल गेहूं की कीमत है तो 2000 तो नीचे ना हो ऊपर भावें हो जाए तो मिनिमम सपोर्ट प्राइस जी मांग की किसानों की एक बड़ी चीज़ है क्योंकि ये हजे पंजाब ते हरियाणा में तो MSP मिल रहा है पर देश के होर कोनियां दे विच MSP लागू नहीं है। ये करके उत्थे रेट भी घट ने। पंजाब का रेट फिलहाल ठीक जरूर है लेकिन वो पूरी चंगी तरह नहीं क्योंकि खेती के पैसा बहुत लगता है और उसकी जी आप कह सकते हैं कि जो रेट है गिरना नहीं चाहिए और बल्कि ये बढ़ाए जाने की लोड़ है।
ਸੋ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਹੈ ਉਹ ਕਹਿੰਦੀ ਹੈ ਕਿ ਕਿਸਾਨਾਂ ਦੇ ਸਟਰਕਚਰ ਨੂੰ ਡਿਵੈਲਪ ਕਰਨ ਲਈ ਇਹ ਜ਼ਰੂਰੀ ਹੈ ਕਿ ਐਮਐਸਪੀ ਵੀ ਸਹੀ ਹੋਵੇ ਔਰ ਹੋਰ ਕਈ ਗੱਲਾਂ ਇੱਦਾਂ ਦੀਆਂ ਕਈਆਂ ਗਈਆਂ ਨੇ ਜਿਹਦੇ ਨਾਲ ਦੇਸ਼ ਦੇ ਕਿਸਾਨ ਦੇ ਹਾਲਾਤ ਬਿਹਤਰ ਹੋ ਸਕਣ। ਤੇ ਤੀਸਰੀ ਸਭ ਤੋਂ ਵੱਡੀ ਖਬਰ ਦੀ ਗੱਲ ਕਰਦੇ ਹਾਂ, ਯੂਪੀ ਦੇ ਗੌਤਮ ਬੁੱਧ ਨਗਰ ਦੇ ਵਿੱਚ ਜੇਵਰ ਦੀ ਜਿਹੜੀ ਜਗ੍ਹਾ ਦਾ ਨਾਮ ਹੈ ਉੱਥੇ ਇੰਟਰਨੈਸ਼ਨਲ 에ਅਰਪੋਰਟ ਬਣਾਉਣ ਦਾ ਐਲਾਨ ਕੀਤਾ ਗਿਆ ਸੀਗਾ। ਉਸ ਨੂੰ ਲੈ ਕੇ ਅੱਜ ਭੂਮੀ ਪੂਜਨ ਕੀਤਾ ਗਿਆ। ਨਰਿੰਦਰ ਮੋਦੀ ਨੇ ਬਟਨ ਦਬਾ ਕੇ ਦਾ ਨੀਂਹ ਪੱਥਰ ਰੱਖਿਆ ਔਰ ਇਹ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈ ਜਲਦ ਹੀ ਬਣ ਕੇ ਤਿਆਰ ਹੋ ਜਾਏਗਾ। ਕਰੀਬ 2 ਸਾਲਾਂ ਦੇ ਵਿੱਚ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਏਗਾ ਔਰ ਆਮ ਲੋਕਾਂ ਦੇ ਵਿੱਚ ਇਹ ਬੜਾ ਪਪੂਲਰ ਹਵਾਈ ਅੱਡਾ ਸਾਬਿਤ ਹੋਣ ਦੀ ਗੱਲ ਕੀਤੀ ਜਾ ਰਹੀ। ਕਾਰਨ ਇਹ ਹੈ ਕਿ ਯੂਪੀ ਦੇ ਨਾਲ ਲੱਗਦਾ ਜਿਹੜਾ ਦਿੱਲੀ ਹੈ ਮੇਨ ਇੰਟਰਨੈਸ਼ਨਲ ਸਾਡਾ 에ਅਰਪੋਰਟ ਹੈ ਉਹਦੇ ਤੋਂ ਕੁਝ ਦੂਰੀ ਤੇ ਹੀ ਹੈ। ਉਹਦੇ ਨਾਲ ਇਹ ਹੋਏਗਾ ਕਿ ਜਿਹੜਾ ਹੁਣ ਇੰਟਰਨੈਸ਼ਨਲ ਫਲਾਈਟ ਦਾ ਦਬਾਅ ਦਿੱਲੀ ਦੇ 에ਅਰਪੋਰਟ ਤੇ ਹੈਗਾ ਉਹ ਘਟ ਜਾਏਗਾ। ਉੱਥੇ ਇੰਟਰਨੈਸ਼ਨਲ ਜਿਹੜੀ ਫਲਾਈਟਸ ਨੇ ਉਤਰ ਸਕਣਗੀਆਂ ਔਰ ਉਸ ਦੇ ਨਾਲ ਯੂਪੀ ਦੇ ਕਈ ਜਿਹੜੇ ਇਲਾਕੇ ਨਾਲ ਲਗੇ ਉੱਥੇ ਡਿਵੈਲਪਮੈਂਟ ਵੀ ਹੋਏਗੀ। ਇਸੇ ਖਾਸ ਮੁੱਦੇ ਨੂੰ ਮਾਫ ਕਰਨਾ ਮੋਦੀ ਸਾਹਿਬ ਨੇ ਇਹ ਗੱਲਾਂ ਰੱਖੀਆਂ ਕਿ ਯੂਪੀ ਦੇ ਵਿੱਚ ਕਿਸ ਤਰੀਕੇ ਨਾਲ ਉੱਥੇ ਬਹੁਤ ਵੱਡਾ ਵਿਕਾਸ ਆਏਗਾ 에ਅਰਪੋਰਟ ਦੇ ਨਾਲ ਔਰ ਉਸ ਦੇ ਕੁਝ ਦੂਰੀ ਤੇ ਜਿਵੇਂ ਫੈਕਟਰੀਆਂ ਨੇ ਹਬਸ ਨੇ ਕਈ ਤਰੀਕੇ ਦੇ ਇੰਡਸਟਰੀਅਲ ਹਬ ਬਣਾਏ ਜਾਣਗੇ ਔਰ ਇਹ ਚਾਰੋਂ ਯੂਪੀ ਔਰ ਹਰਿਆਣਾ ਔਰ ਕਿਤੇ ਨਾ ਕਿਤੇ ਆਗਰਾ ਦੇ ਨਾਲ ਜਿਹੜੇ ਹਾਈਵੇਜ਼ ਨੇ ਔਰ ਪੂਰਵਾਂਚਲ ਐਕਸਪ੍ਰੈਸ ਦੇ ਨਾਲ ਕਰੀਬ ਹੋਏਗਾ। ਉੱਥੇ ਰੇਲਵੇ ਸਟੇਸ਼ਨ ਔਰ ਮੈਟਰੋ ਵੀ ਲਿਆਈ ਜਾਏਗੀ ਤਾਂ ਕਿ ਲੋਕਾਂ ਨੂੰ 에ਅਰਪੋਰਟ ਤੱਕ ਜਾਣ ਔਰ 에ਅਰਪੋਰਟ ਤੋਂ ਵਾਪਸ ਆਪਣੇ ਸ਼ਹਿਰਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਣ ਲਈ ਉਹਨਾਂ ਨੂੰ ਲੋਕਾਂ ਨੂੰ ਮਦਦ ਮਿਲ ਸਕੇ। ਸੋ ਇਹ 에ਅਰਪੋਰਟ ਬਹੁਤ ਯੂਪੀ ਦੀ ਡਿਵੈਲਪਮੈਂਟ ਲਈ ਕਾਫੀ ਖਾਸ ਅਹਿਮ ਮੁੱਦਾ ਰੱਖਦਾ ਹੈ। ਔਰ ਦੂਜੇ ਪਾਸੇ ਗੱਲ ਕਰੀਏ ਤਾਂ ਅਖਿਲੇਸ਼ ਯਾਦਵ ਨੇ ਲਖਨਊ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਤਾਂ ਉਹਨਾਂ ਨੇ ਜੰਮ ਕੇ ਬੀਜੇਪੀ ਦੀ ਖਿਚਾਈ ਕੀਤੀ ਹੈ। ਕਿਤੇ ਨਾ ਕਿਤੇ ਜਿਹੜੀ ਵੱਧਦੀ ਮਹਿੰਗਾਈ ਹੈ ਔਰ ਲੋਕਾਂ ਦੇ ਜੋ ਸੁਪਨੇ ਜਾਂ ਅੱਛੇ ਦਿਨ ਦੀ ਗੱਲ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿ ਬੀਜੇਪੀ ਨੇ ਸਿਰਫ ਜੁਮਲੇਬਾਜ਼ੀ ਕੀਤੀ ਹੈ, ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਹੈ। ਆਮ ਲੋਕ ਗਰੀਬ ਲੋਕ ਕਿਤੇ ਨਾ ਕਿਤੇ ਪਿਸ ਰਹੇ, ਕਿਸਾਨ ਪਿਸ ਰਿਹਾ ਬਿੱਲਾਂ ਦੇ ਰਾਹੀਂ ਔਰ ਉਹਨਾਂ ਦੇ ਹਜੇ ਤੱਕ ਜਿਹਨੂੰ ਕਹਿ ਸਕਦੇ ਹਾਂ ਕਿ ਸੰਸਦ 'ਚ ਪਾਸ ਨਹੀਂ ਹੋ ਪਾਏ। ਸੋ ਸਹੀ ਕਈ ਗੱਲਾਂ ਉਹਨਾਂ ਨੇ ਕੀਤੀਆਂ ਔਰ ਖਾਸ ਤੌਰ ਤੇ ਯੋਗੀ ਆਦਿੱਤਿਆਨਾਥ ਔਰ ਪੀਐਮ ਮੋਦੀ ਸਾਹਿਬ ਦੀ ਜਿਹੜੀ ਕਾਰਵਾਈ ਹੈ ਯੂਪੀ ਦੀ ਡਿਵੈਲਪਮੈਂਟ ਨੂੰ ਲੈ ਕੇ ਫੇਲ ਦੱਸਿਆ ਔਰ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਅਖਿਲੇਸ਼ ਯਾਦਵ ਨੇ ਜੋ ਕਿ ਵਿਧਾਨ ਸਭਾ ਚੋਣਾਂ 2022 ਚ ਉੱਥੇ ਵੀ ਹੋਣ ਜਾ ਰਹੀਆਂ ਉਹਨਾਂ ਨੂੰ ਲੈ ਕੇ ਸਿਆਸਤ ਗਰਮਾ ਦਿੱਤੀ ਹੈ ਔਰ ਹੁਣ ਜਿਹੜੇ ਹੈ ਬਿਆਨਬਾਜ਼ੀ ਦੇ ਹਮਲੇ ਇੱਕ ਦੂਜੇ ਦੇ ਤੇਜ਼ ਕਰ ਦਿੱਤੇ ਗਏ ਹੈ। ਇਹ ਆਉਣ ਵਾਲਾ ਫਿਲਹਾਲ ਵਕਤ ਦੱਸੇਗਾ ਕਿ ਉੱਥੇ ਯੂਪੀ ਦੇ ਵਿੱਚ ਵਿਧਾਨ ਸਭਾ 'ਚ ਕੌਣ ਜਿੱਤੇਗਾ ਕੌਣ ਹਾਰੇਗਾ। ਲੇਕਿਨ ਬੀਜੇਪੀ ਕਿਤੇ ਨਾ ਕਿਤੇ ਰਾਮ ਨਾਮ ਤੇ ਉੱਥੇ ਵਿਕਾਸ ਦੇ ਕੰਮਾਂ ਦੇ ਰਾਹੀਂ ਆਪਣੀ ਸਰਕਾਰ ਦੁਆਰਾ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਫਿਲਹਾਲ ਮੁੱਦਾ ਪੰਜਾਬ ਦੇ ਵਿੱਚ ਇੰਨੀ ਹੀ ਗੱਲ ਹੈ ਔਰ ਅਸੀਂ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਨਵੀਂ ਖਬਰਾਂ ਤੇ ਨਵੀਂ ਚਰਚਾ ਲਈ। ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ। ਧੰਨਵਾਦ।